नाम के व्यापारी, हरि के नाम के व्यापारी। गुरु रूप गुरु खालसा साध संगत जी सनीमर फतेह प्रवान करनी। वाहिगुरु जी का खालसा वाहिगुरु जी की फतेह। संत ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦਾ ਜੀਵਨ ਅੱਜ ਮੁੜ ਫਿਰ ਸ਼ੁਰੂ ਕਰੀਏ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਡਿਗੈ ਨਾ ਡੋਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ओए जो बीच हम तुम कछ होते, तिन की बात बिलानी। अलंकार मिल थैली होई है, ताते कनक वखानी। प्रगट्यो जोत सहज सुख शोभा, बाजे अनहत बानी। कहो नानक निहचल घर बाध्यो, गुर कीओ बंधानी। ਨਨਕਾਣਾ ਸਾਹਿਬ ਜੀ ਦਾ ਸ਼ਹੀਦੀ ਸਾਕਾ ਅਜੇ ਅੰਮ੍ਰਿਤ ਪਾਨ ਕੀਤਾ ਹੀ ਸੀ ਕਿ 1921 ਈਸਵੀ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਵਰਤ ਗਿਆ। ਭਰੋਸੇ ਤੇ ਸਿੱਖੀ ਦੀ ਤੜਪ ਕਰਕੇ ਆਪ ਜੀ ਨਨਕਾਣੇ ਸਾਹਿਬ ਚਲੇ ਗਏ। ਉੱਥੇ ਉਹ ਦ੍ਰਿਸ਼ ਵੇਖਿਆ ਜਿੱਥੇ ਕਿ ਭਾਈ ਲਛਮਣ ਸਿੰਘ ਜੀ ਨੂੰ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ ਸੀ। ਅੱਖਾਂ ਵਿੱਚ ਜਲ ਭਰ ਆਇਆ। ਬਾਹਰ ਉਹ ਭੱਠੀ ਵੇਖੀ ਜਿੱਥੇ ਭਾਈ ਦਲੀਪ ਸਿੰਘ ਨੂੰ ਜਿਉਂਦਿਆਂ ਅੱਗ ਵਿੱਚ ਸੁੱਟ ਕੇ ਭੁੰਨ ਦਿੱਤਾ ਗਿਆ ਸੀ। ਅੰਦਰ ਉਹ ਅੰਗੀਠਾ ਵੇਖਿਆ ਜਿੱਥੇ ਅਧਮੋਏ ਸਿੰਘਾਂ 'ਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਸਹਾਰੇ ਨਾ ਗਈ। ਮਹੰਤ ਨਰੈਣੂ ਦੇ ਜ਼ੁਲਮ ਅਤੇ ਸਿੰਘਾਂ ਦੇ ਸ਼ਾਂਤਮਈ ਸਹਿਣਸ਼ੀਲਤਾ ਦਾ ਬੇਮਿਸਾਲ ਨਮੂਨਾ ਵੇਖਿਆ। ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਂ ਥਾਂ ਸ੍ਰੀ ਅਖੰਡ ਪਾਠ ਕਰਵਾਏ। ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਆਪਾ ਵਾਰ ਕੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਪ੍ਰਾਪਤ ਕੀਤੀਆਂ ਅਤੇ ਨਰੈਣੂ ਡਰਦਾ ਗੌਰਮੈਂਟ ਦੀ ਝੋਲੀ ਜਾ ਪਿਆ। ਇਸ ਨਾਲ ਗੁਰਦੁਆਰਾ ਸੁਧਾਰ ਅਕਾਲੀ ਲਹਿਰ ਜ਼ੋਰ ਫੜ ਗਈ। ਸ੍ਰੀ ਨਨਕਾਣਾ ਸਾਹਿਬ ਦੇ ਇਸ ਸ਼ਹੀਦੀ ਸਾਕੇ ਨੇ ਆਪ ਜੀ ਦੇ ਹਿਰਦੇ ਵਿੱਚ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਵਾਲਾ ਸਿਦਕ ਉਪਜਾਇਆ। ਸ੍ਰੀ ਨਨਕਾਣਾ ਸਾਹਿਬ ਦੀ ਵਾਪਸੀ ਤੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ, ਸੰਗਰਾਣਾ ਸਾਹਿਬ, ਖਡੂਰ ਸਾਹਿਬ ਦੇ ਦਰਸ਼ਨ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਪੁੱਜੇ। ਇੱਥੇ 84 ਕੱਟਣ ਹਿੱਤ ਸ੍ਰੀ ਬਾਉਲੀ ਸਾਹਿਬ ਵਿੱਚ ਵਿਧੀ ਪੂਰਵਕ ਜਪਜੀ ਸਾਹਿਬ ਦੇ 84 ਪਾਠ 84 ਵਾਰੀ ਸਣੇ ਕੇਸੀ ਇਸ਼ਨਾਨ ਕਰਕੇ ਕੜਾਹ ਪ੍ਰਸ਼ਾਦ ਕਰਵਾ ਕੇ ਅਰਦਾਸ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇੱਥੋਂ ਆਪ ਜੀ ਨੇ ਤਰਨ ਤਾਰਨ ਸਾਹਿਬ, ਝਬਾਲ, ਬੇੜ ਬਾਬਾ ਬੁੱਢਾ ਸਾਹਿਬ ਜੀ, ਸੰਨ ਸਾਹਿਬ, ਗੁਰੂ ਕੀ ਵਡਾਲੀ ਹੁੰਦੇ ਹੋਏ ਸ਼ਹਿਰਾਟਾ ਸਾਹਿਬ ਦਰਸ਼ਨ ਕਰਕੇ 3 ਮਹੀਨੇ ਸ੍ਰੀ ਅੰਮ੍ਰਿਤਸਰ ਸਾਹਿਬ ਕਥਾ ਕੀਰਤਨ ਦਾ ਆਨੰਦ ਮਾਣਿਆ ਤੇ ਗੁਰਮੰਤਰ ਤੇ ਮੂਲ ਮੰਤਰ ਦਾ ਅਭਿਆਸ ਕਰਕੇ ਮਨ ਹੋਰ ਸਿਮਰਨ ਵਿੱਚ ਲੀਨ ਕੀਤਾ। ਇਹ ਵਿਸ਼ੇਸ਼ ਜਾਪ ਸ੍ਰੀ ਹਰਿਮੰਦਰ ਸਾਹਿਬ ਦੀ ਸਭ ਤੋਂ ਉੱਪਰਲੀ ਛੱਤ ਤੇ ਕੀਤਾ। ਉਹ ਜਗ੍ਹਾ ਦਾਸ ਨੂੰ ਆਪ ਨੇ 1964 ਈਸਵੀ ਨੂੰ ਵਿਸਾਖੀ ਵਾਲੇ ਦਿਨ ਸ਼ਾਮ ਨੂੰ ਵਿਖਾਈ, ਜਿੱਥੇ ਕਿ ਆਪ ਜੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਦਾ ਅਲੌਕਿਕ ਨਜ਼ਾਰਾ ਹੋਇਆ ਸੀ। ਸਭ ਤੋਂ ਪਹਿਲਾਂ ਖਾਲਸਾ ਜੀ ਨੇ ਉਸ ਦਿਨ ਉਸੇ ਸਥਾਨ, ਉਸੇ ਜਗ੍ਹਾ ਤੇ ਜਦੋਂ ਦਾਸ ਸੁਖਮਣੀ ਸਾਹਿਬ ਦਾ ਪਾਠ ਸੁਣਾ ਰਿਹਾ ਸੀ, 18ਵੀਂ ਅਸ਼ਟਪਦੀ ਦੀ ਇਹ ਪੌੜੀ ਸੀ। ਗੁਰ ਕੈ ਗ੍ਰਹਿ ਸੇਵਕ ਜੋ ਰਹੈ,
ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕੋ ਕਰ ਕਛੁ ਨਾ ਜਨਾਵੈ। ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵਿੱਚ ਸਤਿਗੁਰ ਕੈ ਪਾਸ। ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ। ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ। ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬਖਸ਼ਿਸ਼ ਭਰੇ ਬਚਨ ਕਹੇ, ਅੱਗੇ ਤੋਂ ਟਕਸਾਲ ਦੀ ਸੇਵਾ ਤੈਨੂੰ ਸੌਂਪਣੀ ਹੈ। ਅੱਗੇ ਵਾਸਤੇ ਜਤ ਪਹਾਰਾ ਧੀਰਜ ਸੁਨਿਆਰ। ਪੂਰਨ ਜਤੀ ਰਹਿਣਾ ਤੇ ਸਾਵਧਾਨ ਹੋ ਜਾ। ਦੋ ਭੁਜੰਗੀ ਹੋ ਚੁੱਕੇ ਹਨ, ਇਤਨੇ ਹੀ ਆਉਣੇ ਸੀ। ਇਹ ਬਚਨ ਸੁਣ ਕੇ ਦਾਸ ਨੂੰ ਬਹੁਤ ਸਮਾਂ ਦੇਸ ਕਾਲ ਭੁੱਲਿਆ ਰਿਹਾ। ਚੁੱਪ ਵੱਟੀ ਰੱਖੀ ਤੇ ਫਿਰ ਬਾਣੀ ਅੱਗੇ ਸੁਣਾਉਣ ਲੱਗ ਪਿਆ ਸੀ। ਇੱਥੋਂ ਆਪ ਜੀ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਦਰਸ਼ਨਾਂ ਲਈ ਚਲੇ ਗਏ। ਫਿਰ ਚਮਕੌਰ ਸਾਹਿਬ 40 ਦਿਨ ਬਾਹੁਲੀ ਸਾਹਿਬ ਵਿੱਚ ਗਲ ਗਲ ਜਲ ਵਿੱਚ ਖਲੋ ਕੇ ਸਿਮਰਨ ਕੀਤਾ ਤੇ ਫਿਰ ਆਪਣੇ ਪਿੰਡ ਅਖਾੜੇ ਆ ਕੇ ਕੁਝ ਸਮਾਂ ਰਹੇ। 1921 ਈਸਵੀ ਮੁਤਾਬਕ ਸਾਵਣ ਦੀ ਸੰਗਰਾਂਦ ਵਾਲੇ ਦਿਨ ਭਿੰਡਰੀ ਗੁਰਦੁਆਰੇ ਸਾਹਿਬ ਪਹੁੰਚ ਕੇ ਮਹਾਂਪੁਰਖਾਂ ਨੂੰ ਮਿਲੇ ਤੇ ਨਿਮਰਤਾ ਸਹਿਤ ਬੇਨਤੀ ਕੀਤੀ। ਦਾਸ ਨੂੰ ਆਪਣੇ ਜਥੇ ਵਿੱਚ ਰੱਖ ਕੇ ਬ੍ਰਹਮ ਵਿਦਿਆ ਦੀ ਦਾਤ ਬਖਸ਼ੋ ਜੀ। ਮਹਾਂਪੁਰਖਾਂ ਨੇ ਬੜੇ ਪਿਆਰ ਨਾਲ ਜਗਿਆਸੂ ਦੇ ਮਸਤਕ ਵੱਲ ਨੀਝ ਲਾ ਕੇ ਵੇਖਿਆ ਤੇ ਇਸ ਕੁਦਰਤਨ ਅਮੋਲਕ ਹੀਰੇ ਨੂੰ ਜੋਹਰੀ ਦੀ ਨਿਗਾਹ ਨਾਲ ਪਰਖ ਕੇ ਭਵਿੱਖ ਦੀ ਮੁੰਦਰੀ ਵਿੱਚ ਜੜਨ ਲਈ ਸਾਂਭ ਕੇ ਗਲ ਨਾਲ ਲਾ ਲਿਆ ਅਤੇ ਆਪ ਜੀ ਪੱਕੇ ਤੌਰ ਤੇ ਜਥੇ ਵਿੱਚ ਰਹਿਣ ਲੱਗ ਪਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਪਹੁੰਚਣ ਲਈ ਅਖੰਡ ਸਰੂਪ ਦੇ ਆਸ਼ਿਕ ਬਣ ਕੇ ਆਪ ਜੀ ਜਥੇ ਸੰਗਤ ਤੇ ਮਹਾਂਪੁਰਖਾਂ ਦੀ ਸੇਵਾ, ਨਾਮ ਸਿਮਰਨ, ਅਭਿਆਸ, ਨਿਧਿਆਸਣ ਦੇ ਸਹਿਜ ਜਪ ਤਪ ਵਿੱਚ ਜੁਟ ਗਏ। ਘਰ-ਬਾਰ ਦੇ ਮੋਹ ਨੂੰ ਤਿਆਗ ਕੇ ਆਪ ਜੀ ਕਈ ਵਾਰੀ ਪ੍ਰੇਮ ਨਾਲ ਗੁਰਬਾਣੀ ਦੇ ਇਹ ਪਵਿੱਤਰ ਤੁਕ ਪੜਿਆ ਕਰਦੇ। ਯਥਾ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਬਿਚਾਇਓ। ਆਪ ਜੀ ਰੋਜ਼ ਨੇਮ ਨਾਲ 1 ਵਜੇ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਕੇ ਸਵਾ ਪਹਿਰ ਨਾਮ ਸਿਮਰਨ ਵਿੱਚ ਲੀਨ ਰਹਿੰਦੇ। ਮਹਾਂਪੁਰਖਾਂ ਨੇ ਗੁਰਦੁਆਰੇ ਸਾਹਿਬ ਦਾ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਜਪਜੀ ਸਾਹਿਬ, ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਆਰੰਭ ਕਰਾਉਣ ਦੀ ਸੇਵਾ ਆਪ ਇਹਨਾਂ ਨੂੰ ਸੌਂਪੀ, ਜੋ ਕਿ ਆਪ ਜੀ ਬੜੀ ਸੁਗੜਤਾ, ਸੁਚਮ, ਸੰਜਮ, ਭਰੋਸੇ, ਪ੍ਰੇਮ ਤੇ ਦ੍ਰਿੜਤਾ ਨਾਲ ਨਿਭਾਉਂਦੇ ਰਹੇ। ਮਹਾਂਪੁਰਖਾਂ ਨੇ ਭਵਿੱਖ ਦੇ ਅਮੋਲਕ ਹੀਰੇ ਨੂੰ ਪਛਾਣਦਿਆਂ ਹੋਇਆਂ ਬੜੇ ਨਿੱਘੇ ਚਾਉ ਨਾਲ ਇਹਨਾਂ ਨੂੰ ਸਦਾ ਆਪਣੇ ਨਾਲ ਹੀ ਰੱਖਿਆ। 1921 ਤੋਂ 1930 ਈਸਵੀ ਤੱਕ ਇਹ ਲਗਾਤਾਰ ਉਹਨਾਂ ਦੀ ਸੇਵਾ ਸੰਗਤ ਵਿੱਚ ਰਹੇ। ਇਸ ਸਾਰੇ ਸਮੇਂ ਵਿੱਚ ਖਾਲਸਾ ਜੀ ਨੇ ਸੰਤਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਪੂਰਨ 4 ਕਥਾ ਸੁਣੀਆਂ। ਸੰਤ ਜੀ ਨੇ ਬੜੇ ਉਦਾਰਤਾ ਨਾਲ ਆਪ ਇਹਨਾਂ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਬਿੱਤ ਸਵਈਏ, ਭਾਈ ਨੰਦ ਲਾਲ ਜੀ ਦੀ ਰਚਨਾ, ਦਸਮ ਸ੍ਰੀ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਪੰਥ ਪ੍ਰਕਾਸ਼, ਸ੍ਰੀ ਗੁਰਬਿਲਾਸ ਪਾਤਸ਼ਾਹੀ 6ਵੀਂ, 10ਵੀਂ ਅਤੇ ਹੋਰ ਪ੍ਰਮਾਣਿਕ ਗ੍ਰੰਥ ਅਰਥਮਈ ਵਿਆਖਿਆ ਕਰਕੇ ਉਚੇਚੇ ਗਹੋ ਤੇ ਪਿਆਰ ਨਾਲ ਪੜ੍ਹਾਏ। ਜਪਣ, ਸਿਮਰਨ, ਸਰਵਣ, ਮੰਨਣ, ਨਿਧਿਆਸਣ ਰਾਹੀਂ ਇਹਨਾਂ ਨੂੰ ਗੁਰਬਾਣੀ ਦੇ ਗੁਹਜ ਅਰਥਾਂ ਦੇ ਗਿਆਨ ਦਾ ਅਨੁਭਵ ਉਪਜਾਇਆ। ਉਪਰੰਤ ਦੂਜੇ ਮਤਾਂ ਦੀ ਜਾਣਕਾਰੀ ਲਈ ਵਿਚਾਰ ਸਾਗਰ, ਯੋਗ ਵਿਦਾਂਤ, ਪੰਜ ਦਸੀ, ਮੋਕਸ਼ ਪੰਥ,
ਤੇ ਹੋਰ ਗ੍ਰੰਥਾਂ ਦੇ ਨਾਲ ਗੁਰੂ ਇਤਿਹਾਸ ਦਾ ਖਾਸ ਤੌਰ ਤੇ ਅਧਿਐਨ ਕਰਵਾਇਆ। ਤਕਰੀਬਨ 1.25 ਲੱਖ ਜਪਜੀ ਸਾਹਿਬ ਦੇ ਪਾਠ ਅਤੇ 36 ਲੱਖ ਮੂਲ ਮੰਤਰ ਦਾ ਜਾਪ ਤੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਵਾਇਆ। ਆਪ ਜੀ ਦੇ ਮਨ ਵਿੱਚ ਬ੍ਰਹਮ ਵਿਦਿਆ ਦੀ ਪ੍ਰਾਪਤੀ ਦਾ ਬੜੀ ਸ਼ਰਧਾ ਭਾਵਨਾ ਨਾਲ ਚਾਅ ਰਹਿੰਦਾ ਸੀ। ਜੋ ਵਿਚਾਰ ਆਪ ਕਥਾ ਵਿੱਚ ਸਰਵਣ ਕਰਦੇ ਉਹ ਭਾਵ ਭਗਤੀ ਤੇ ਇਕਾਗਰਤਾ ਵਾਲਾ ਹਿਰਦਾ ਹੋਣ ਕਰਕੇ ਮਾਨੋ ਟੇਪ ਰਿਕਾਰਡ ਹੀ ਹੋ ਜਾਂਦਾ। ਗੁਰਬਾਣੀ ਦੇ ਅਨੁਭਵੀ ਅਰਥ ਲੋੜ ਪੈਣ ਤੇ ਆਪ ਦੁਬਾਰਾ ਮਹਾਂਪੁਰਖਾਂ ਕੋਲ ਪੁੱਛ ਲੈਂਦੇ। ਕਲਓ ਮਸਾਜਣੀ ਕਿਆ ਸਦਾਈਐ ਹਿਰਦੇ ਹੀ ਲਿਖ ਲਿਓ, ਅਨੁਸਾਰ ਹਿਰਦੇ ਵਿੱਚ ਹੀ ਲਿਖ ਲੈਂਦੇ। ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਆਪ ਪੂਰਨ ਬ੍ਰਹਮ ਗਿਆਨੀ ਗੁਰਸਿੱਖ ਜਾਣ ਕੇ ਕਦੇ ਕਦੇ ਪ੍ਰੇਮ ਵਿੱਚ ਆ ਕੇ ਉਹਨਾਂ ਪਾਸ ਇਹ ਸ਼ਬਦ ਪੜਿਆ ਕਰਦੇ। ਗੌੜੀ ਮਹੱਲਾ ਪੰਜਵਾਂ, ਤੁਮ ਹਰ ਸੇਤੀ ਰਾਤੇ ਸੰਤੋ, ਨਿਬਾਹੇ ਲਿਹੋ ਮੋਕੋ ਪੁਰਖ ਵਿਧਾਤੇ, ਓੜ ਪਹੁੰਚਾਵਹੁ ਦਾਤੇ। ਗੁਰਬਾਣੀ ਤੇ ਪੂਰਨ ਭਰੋਸਾ ਅਤੇ ਗੁਰਸਿੱਖੀ ਜੀਵਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਦਾ ਪੂਰਨ ਭਰੋਸਾ ਰੱਖਦੇ ਅਤੇ ਇਹ ਤੁਕਾਂ ਸੁਤੇ ਸਿੱਧ ਗਾਉਂਦੇ ਰਹਿੰਦੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਇਸੇ ਪ੍ਰਕਾਰ ਆਪ ਜੀ ਦਾ ਮਨ ਸਦਾ ਗੁਰਬਾਣੀ ਵਿੱਚ ਹੀ ਲੱਗਾ ਰਹਿੰਦਾ, ਇੱਕ ਰਸ ਭਰਿਤੇ ਪ੍ਰੇਮ ਵਿੱਚ ਲੀਨ ਰਹਿੰਦੀ। ਕੇਦਾਰਾ ਮਹੱਲਾ ਪੰਜਵਾ, ਪ੍ਰਿਆ ਕੀ ਪ੍ਰੀਤ ਪਿਆਰੀ, ਮਗਨ ਮਨੈ ਮਹਿ ਚਿਤਵੋ ਆਸਾ, ਨੈਨਹੁ ਤਾਰ ਤੁਹਾਰੇ। ਆਪ ਜੀ ਦੀ ਆਵਾਜ਼ ਬੜੀ ਸੁਰੀਲੀ, ਪਾਠ ਸ਼ੁੱਧ ਤੇ ਗੁਰਬਾਣੀ ਨਾਲ ਟੁੱਟ ਪਿਆਰ ਹੋਣ ਕਰਕੇ ਮਹਾਂਪੁਰਖਾਂ ਨੇ ਆਪ ਜੀ ਨੂੰ ਕਥਾ ਦਾ ਪਾਠੀ ਲਾ ਲਿਆ। ਖਾਲਸਾ ਜੀ ਦਾ ਅੰਮ੍ਰਿਤ ਵੇਲੇ ਜਾਗਣਾ, ਨਿਤਨੇਮ ਵਿੱਚ ਪਰਪੱਕਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸੇਵਾ ਭਾਵ ਦਾ ਚਾਉ ਤੇ ਅਦਬ, ਮਿੱਠਾ ਨਰਮ ਸੁਭਾਉ, ਦੁਨਿਆਵੀ ਤਿਆਗ ਤੇ ਨਾਮ ਸਿਮਰਨ ਦੀ ਮਸਤੀ ਵਾਲਾ ਜੀਵਨ, ਗੁਰਮਤਿ ਵਿਦਿਆ ਦੀ ਡੂੰਘਾਈਆਂ ਦਾ ਅਨੁਭਵੀ ਗਿਆਨ, ਸਿੱਖੀ ਰਹਿਤ ਬਹਿਤ ਪ੍ਰਤੀ ਘਾਲਣਾ ਤੇ ਸ਼ਰਧਾ, ਗੁਰਮੁਖਾਂ ਵਾਲੀ ਤੇਖਣ ਬੁੱਧੀ ਆਦਿ ਬੇਅੰਤ ਗੁਣ ਸਨ। ਕਥਾ ਦਾ ਪਾਠ ਕਰਦਿਆਂ ਆਪਣੀ ਅਵਸਥਾ ਅਨੁਭਵ ਕਰਨੀ। ਇੱਕ ਵਾਰੀ ਜਦੋਂ ਚੌਥੀ ਕਥਾ ਚੱਲ ਰਹੀ ਸੀ ਤੇ ਇਸ ਪੰਕਤੀ ਦੇ ਅਰਥ ਸੰਤ ਸੁੰਦਰ ਸਿੰਘ ਜੀ ਕਰ ਰਹੇ ਸਨ। ਨਿਮਖ ਨ ਬਿਸਰੋ ਹੀਏ ਮੋਰੇ ਤੇ, ਬਿਸਰਤ ਜਾਈ ਹਉ ਮਰਤ। ਤਾਂ ਇਸ ਪੰਕਤੀ ਤੋਂ ਅੱਗੇ ਖਾਲਸਾ ਜੀ ਕੁਝ ਸਮਾਂ ਪਾਠ ਕਰਨ ਤੋਂ ਚੁੱਪ ਕਰ ਰਹੇ ਤੇ ਫਿਰ ਅਗਲੀ ਪੰਕਤੀ ਪੜ੍ਹੀ। ਇਸ ਤੇ ਮਹਾਂਪੁਰਖਾਂ ਨੇ ਕਿਹਾ, ਸਾਧ ਸੰਗਤ ਜੀ, ਜੋ ਗਿਆਨੀ ਸਿੰਘ ਕੁਝ ਸਮਾਂ ਚੁੱਪ ਰਹੇ ਹਨ, ਇਸ ਬਾਰੇ ਖਿਆਲ ਨਾ ਕਰਿਓ ਕਿ ਪੰਕਤੀ ਦਾ ਅਰਥ ਹੋਣ ਤੇ ਅਗਲੀ ਪੰਕਤੀ ਛੇਤੀ ਕਿਉਂ ਨਹੀਂ ਪੜ੍ਹੀ। ਇਸ ਦਾ ਕਾਰਨ ਇਹ ਹੈ ਕਿ ਜੋ ਇਹ ਗਿਆਨੀ ਸਿੰਘ ਸੁਣਦਾ ਹੈ, ਆਪਣੀ ਅਵਸਥਾ ਵੀ ਨਾਲ ਉਹੋ ਜਿਹੀ ਉੱਚੀ ਬਣਾਉਣ ਦਾ ਯਤਨ ਕਰ ਰਿਹਾ ਹੈ। ਹੁਣ ਇਹ ਵਾਹਿਗੁਰੂ ਮੰਤਰ ਹਿਰਦੇ ਵਿੱਚੋਂ ਕਥਾ ਹੁੰਦਿਆਂ ਵੀ ਸੁਣ ਰਿਹਾ ਹੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ।
ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਅਨੁਸਾਰ ਸਵਾਸ ਸਵਾਸ ਸਿਮਰਨ ਵਿੱਚ ਕਥਾ ਕਰਦਿਆਂ ਤੇ ਸੁਣਦਿਆਂ ਵੀ ਸੁਰਤੀ ਜੋੜੀ ਹੋਈ ਹੈ। ਸੁਪਨੇ ਵਿੱਚ ਵੀ ਗੁਰਬਾਣੀ ਹੀ ਪੜ੍ਹਨੀ। ਖਾਲਸਾ ਜੀ ਦੀ ਬਾਣੀ ਵਿੱਚ ਇੰਨਾ ਚਿੱਤ ਜੁੜ ਚੁੱਕਾ ਸੀ ਕਿ ਰਾਤ ਨੂੰ ਬਿਰਾਜਿਆਂ ਹੋਇਆਂ ਵੀ ਕਈ ਵਾਰ ਬਰੜਾ ਕੇ ਗੁਰਬਾਣੀ ਹੀ ਪੜ੍ਹੀ ਜਾਇਆ ਕਰਦੇ। ਯਥਾ ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਨਹੀ, ਮੇਰੇ ਤਨ ਕੋ ਚਾਮ। ਤੇ ਗੁਰਬਾਣੀ ਦੇ ਉਚਾਰਨ ਵਿੱਚ ਕਿਸੇ ਲਗ ਕੰਨੇ ਅੱਖਰ ਦਾ ਕੋਈ ਫਰਕ ਨਾ ਪੈਂਦਾ। ਕਈ ਵਾਰੀ ਸਿੰਘ ਪੋਥੀਆਂ ਪ੍ਰਕਾਸ਼ ਕਰਕੇ ਸੁਣਦੇ ਤਾਂ ਜਿਵੇਂ ਕੋਈ ਬੜਾ ਸ਼ੁੱਧ ਪਾਠੀ ਇੱਕ ਰਸ ਅਖੰਡ ਪਾਠ ਕਰਦਾ ਹੋਵੇ। ਇਉਂ ਕਈ ਗੁਰਬਾਣੀ ਦੇ ਅੰਗ ਲਗਾਤਾਰ ਪੜ੍ਹੀ ਜਾਂਦੇ। ਸਿੰਘ ਸੁਣ ਕੇ ਦੇਖ ਕੇ ਹੈਰਾਨ ਰਹਿ ਜਾਂਦੇ ਤੇ ਗੁਰਬਾਣੀ ਦੇ ਪਾਠ ਨਿਤਨੇਮ ਦੀ ਬਹੁਤ ਸ਼ਰਧਾ ਹਿਰਦੇ ਵਿੱਚ ਵੱਧਦੀ। ਹੁਣ ਤੱਕ 4 ਕਥਾ ਸੰਪੂਰਨ ਸੁਣ ਲਈਆਂ ਸਨ। ਹੁਣ ਜਪਜੀ ਸਾਹਿਬ ਦਾ ਸਿਧਾਂਤ ਸੁਣਾਉਣਾ। ਇੱਕ ਵਾਰੀ ਮਹਾਂਪੁਰਖਾਂ ਸਾਰੇ ਜਥੇ ਪਾਸੋਂ 1.25 ਲੱਖ ਜਪਜੀ ਸਾਹਿਬ ਦੇ ਪਾਠ ਕਰਵਾਏ। ਭੋਗ ਵਾਲੇ ਦਿਨ ਭਾਰੀ ਇਕੱਠ ਹੋਇਆ ਤੇ ਸੰਤਾਂ ਨੇ ਬਚਨ ਕੀਤਾ, ਸਾਰੇ ਜਥੇ ਵਿੱਚੋਂ ਕੋਈ ਵਿਦਿਆਰਥੀ 5 ਮਿੰਟਾਂ ਵਿੱਚ ਜਪਜੀ ਸਾਹਿਬ ਦਾ ਸਿਧਾਂਤ ਸੁਣਾਓ। ਸਾਰੇ ਮੁਖੀ ਵਿਦਿਆਰਥੀਆਂ ਨੇ ਯਤਨ ਕੀਤੇ, ਪਰ ਕੋਈ ਵੀ ਸਫਲ ਨਾ ਹੋਇਆ। ਜਦ ਖਾਲਸਾ ਜੀ ਨੂੰ ਮਹਾਂਪੁਰਖਾਂ ਨੇ ਹੁਕਮ ਕੀਤਾ, ਤੁਸੀਂ ਸੁਣਾਓ, ਤਾਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਜੀ ਜੇ ਆਪ ਆਗਿਆ ਕਰੋ ਤਾਂ ਕਵਿਤਾ ਦੁਆਰਾ ਸੁਣਾਵਾਂ। ਮਹਾਂਪੁਰਖਾਂ ਪ੍ਰਸੰਨ ਹੋ ਕੇ ਕਿਹਾ, ਕਵਿਤਾ ਦੁਆਰਾ ਹੀ ਸੁਣਾਓ। ਬਚਨ ਮੰਨ ਕੇ ਆਪ ਜੀ ਨੇ 3.5 ਮਿੰਟਾਂ ਵਿੱਚ ਹੇਠ ਲਿਖੀ ਕਵਿਤਾ ਦੁਆਰਾ ਜਪਜੀ ਸਾਹਿਬ ਦਾ ਸਿਧਾਂਤ ਉਚਾਰਿਆ। ਕਬਿਤ तेरी कृपा से, एक है अद्वितीय प्रकाशक है सत सोई, है प्रसिद्ध जग रचने भी पार है, पूਰਨ निडर वैर नहीं तिस नाल किसे, काल तो रहत रूप जोन में ना भार है, सुते प्रकाशी अते चेतन आनंद रूप, जपन के योग आदि सच निराकार है। सतयुग आदि विच एको ही व्याप रहा, ਹੁਣ ਪੇ ਜ਼ਮਾਨੇ ਵਿੱਚ ਸੱਚਾ ਕਰਤਾਰ ਹੈ। ਅੱਗੇ ਨੂੰ ਵੀ ਹੋਸੀ ਕਰਤਾਰ ਇੱਕ ਜੋਤੀ ਰੂਪ, ਅਨਕ ਦਵੈਤ ਬਿਨ ਜੋਈ ਨਿਰਾਧਾਰ ਹੈ। ਸੋਚਣ ਦੇ ਵਿੱਚ ਨਹੀਂ ਆਮਦਾ ਅਕਾਲ ਸੋਈ, ਸੋਚੀ ਜਾਵੋ ਭਾਵੇਂ ਕੋਈ ਲੱਖਾਂ ਹੀ ਇੱਕ ਵਾਰ ਹੈ, ਲੱਖਾਂ ਹੀ ਕੇ ਵਾਰ ਹੈ। ਚੁੱਪ ਕਰੇ ਮਨ ਦੀ ਤਾਂ ਚੁੱਪ ਕਦੇ ਹੋਵਨੀ ਨਾ, ਤਾਂ ਤੇ ਸਮਦਮ ਇਹੋ ਕਰੈ ਦਰਕਾਰ ਹੈ। ਭੁੱਖਾ ਮਨ ਕਦੇ ਨਹੀਂ ਰੱਜਣਾ ਪਦਾਰਥਾਂ ਤੋਂ, ਤਾਂ ਤੇ ਭਉ ਵਿਰਾਗ ਧਰੋ ਇਹੋ ਸੁਖਕਾਰ ਹੈ। ਸਹਿਸ ਸਿਆਣਪਾਂ ਦੀ ਸਮਝ ਨਾ ਕੰਮ ਆਵੇ, ਕਰਕੇ ਵਿਵੇਕ ਇਹੋ ਧਾਰੋ ਉਪਦੇਸ਼ ਕੋ। ਪੂਰਨ ਪ੍ਰੇਮੀ ਅਤੇ ਪੱਕੇ ਅਧਿਕਾਰੀ ਬਣ, ਸੱਚੇ ਗੁਰਦੇਵ ਪਾਸ ਕਰੀਏ ਆਦੇਸ਼ ਕੋ। ਕਿਵੇਂ ਸਚਿਆਰਾ ਬਣੇ ਕੂੜ ਦੀ ਜੇ ਪਾਲਟ ਹਟੇ, ਕਿਵੇਂ ਹਟੇ ਪਾਲ ਇਹੋ ਕਹੋ ਲਵਲੇਸ ਕੋ। ਹੁਕਮ ਰਜਾਈ ਹੂੰ ਕੇ ਰਾਜੀ ਹੋਏ ਚੱਲਣਾ ਜੋ, ਹੋਵੇ ਸਚਿਆਰਾ ਟੁੱਟੇ ਕੂੜ ਦੀ ਹਮੇਸ਼ ਕੋ। ਆਦ ਪੌੜੀ ਵਿੱਚ ਗੁਰ ਮਹਾਵਾਕ ਰੂਪ ਸੱਚ, ਪੂਰਾ ਅਧਿਕਾਰੀ ਅਤੇ ਮੋਖ ਕੋ ਸਰੂਪ ਹੈ। ਦੂਸਰੀ ਉਚਾਰਾ ਈਸ ਹੁਕਮ ਬੇਅੰਤ ਅਹੇ, ਬੂਝ ਲੈ ਹੁਕਮ ਹਉ ਕਟ ਕੇ ਅਨੂਪ ਹੈ। ਤੀਸਰੀ ਬੇਅੰਤ ਤਾਣ ਪੁਰਾਣ ਸੋ ਬੇਅੰਤ ਗਾਏ, ਪੰਚਰਾਤਰ ਨਿਸ਼ਾਨ ਦਾਤ ਗਾਮ ਦਾ ਅਜੂਪ ਹੈ। ਗੁਣ ਗਾਵੇ ਸਾਖ ਜੋ ਅਸੰਗ ਸੋ ਪੁਰਖ ਕਹੇ, ਵਿਦਿਆ ਵਿਖਮ ਨਿਆਏ ਉਚਰੇ ਸੋ ਭੂਪ ਹੈ। ਗਾਮ ਦਾ ਹੈ ਸਾਜੇ ਤਨ ਖੇ ਮੇ ਮਿਲਾਏ ਦੇ, ਕਾਲਵਾਦੀ ਹੈ ਜੋ ਵਿਸੇਖਕ ਪਿਆਰਿਆ। ਜੀ ਕਰਮ ਅਧੀਨ ਹੋਏ ਪੂਰਵ ਮਿਸਾਂਸਾ ਕਹੈ, ਜੋਗ ਬਿਨਾ ਦੂਰ ਹੈ ਪਤੰਜਲ ਉਚਾਰਿਆ। ਹਾਜ਼ਰ ਹਜੂਰ ਜਾਣ ਗਾਮ ਦਾ ਵਿਦਾਂਤ ਇੱਕ,
ਕਥਿਓ ਨਾ ਜਾਏ ਵੇ ਖਾਸ ਮੈਂ ਵਿਚਾਰਿਆ, ਸਾਚਾ ਹੈ ਸਾਹਿਬ ਭੇਟਾ ਨਾਮ ਦੀ ਹੀ ਪਾਸ ਹੋਏ। ਤਤ ਪਦ ਰੂਪ ਇਉਂ ਚੌਥੀ ਨਿਰਧਾਰਿਆ, ਥਾਪਿਆ ਨਾ ਜਾਏ ਸੁਧ ਰੂਪ ਕੇ ਸਾਧਨ ਕਹੇ। ਗੁਰੂ ਕੇ ਲਖਣ ਸੋਈ ਮੈਂ ਲਖ ਆਪ ਕੋ, ਪੰਜਵੀਂ ਸੋ ਛੇਵੀਂ में तीर्थ बनोटी खंडे, हो नह काम मत विच प्रताप को। सतवीं में विराग है आप तू समझ वेख, नज़र तो बिना सहे दुख अर ताप को। पौड़ियां चौहां दे विच श्रवण महात्म है, मनन को चौहों विच कहा अलाप को। पंच प्रवाण विच निध्यासन को विशा कह, 17वीं दे विच जप शांतगी अनंत है। 18वीं में तामसी सृष्टि 10 बहुरंगी, 19वीं में थाव पिय भंग ते बेअंत है। चारों महावाक कह पूर्व अर्ध पूरा, पापा संधि मैल विच 20वीं कटंत है। तीरथ ते दान आओ श्रवण मनन कह, जग उत्पत्ति होई आम दा ना अंत है। 22 विच लखां ही आकाश ते पताल 10, अंत नहीं ओड़क नूं थक गए भाल दे। हरि दे मिलन ताई सदा ही सिफत कर, होए सुल्तान मान कीड़ी ना विखाल दे। अंत तो बेअंत दात अंत सत हूँ का नह, बहुता है कर्म मन्ने कोई कर काल दे। 26 विच अमोलक है गुण करतार हूँ के, गोपियां ते कान आख अंत नहीं डाल दे। ਰੱਬ ਹੀ ਦਰਵਾਜ਼ਾ ਕਹਿ ਗਾਮ ਦੇ ਅਨੰਤ ਵਹਿ, ਮੇਲ ਦਾ ਨਦਰ ਜਹੈ ਕਰਦਾ ਅਕਾਲ ਹੈ। ਮੁੰਦਾ ਸੰਤੋਖ ਕਹਿਓ ਭੁਗਤ ਗਿਆਨ ਲਹੋ, ਏਕ ਤ੍ਰਿਗੁਣੀ ਰਹੋ ਆਦਿ ਪ੍ਰਤਪਾਲ ਹੈ। ਆਸਣ ਅਲੋਕ ਦਸ ਏਕ ਦੂ ਜ਼ੁਬਾਨ ਰੱਖ, ਆਖਣ ਦਾ ਪ੍ਰੇਮ ਚੱਖ ਹੋਮ ਦਾ ਨਿਹਾਲ ਹੈ। 32 ਇਮ ਪੌੜੀ ਕਹੀ ਬ੍ਰਹਮ ਹੈ ਵਿਦਿਆ ਸਹੀ, 33 ਵਿੱਚ ਜ਼ੋਰ ਨਹੀਂ ਚੱਲਦਾ ਕੰਗਾਲ ਹੈ। ਰਾਤੀ ਰੁੱਤੀ ਵਿੱਚ ਧਰਮ ਖੰਡ ਕੋ ਵਖਾਣ ਹੋਏ, 35 ਵਿੱਚ ਗਿਆਨ ਹੂੰ ਕੋ ਖੰਡ ਪਹਿਚਾਨੀਏ। 36 ਵਿੱਚ ਆਖਿਆ ਆਨੰਦ ਹੈ ਸਰਮ ਖੰਡ, 37 ਵਿੱਚ ਕਰਮ ਕੇ ਖੰਡ ਅਨੁਮਾਨੀਏ। ਸੱਚ ਖੰਡ ਗੁਰਮੁਖ ਮਜਲ ਕਥਨ ਕਰ, ਕਥਨਾ ਹੈ ਕਰੜਾ ਸੋ ਸਾਰ ਜਿਮ ਮਾਨੀਏ। ਸਾਧਨ ਗਿਆਨ ਹੂੰ ਕੇ ਜਤ ਤੇ ਧੀਰਜ ਭਨ, ਹੋਮ ਦਾ ਨਿਹਾਲ ਰਿੱਧ ਜਾਹੇ ਨੇ ਵਸਾਨੀਏ। ਗੁਰੂ ਕੀ ਸਿਫਤ ਕਹਿ ਪਾਉਣ ਕੇ ਸਮਾਨ ਵਹਿ, ਧਰਮ ਹਜੂਰ ਨੇਕੀ ਧਰਮ ਹਜੂਰ ਨੇਕੀ ਬਦੀ ਪ੍ਰਕਾਸ਼ ਹੈ। ਨਾਮ ਕੋ ਧਿਆਏ ਜਿਨ ਹੰਗਤਾ ਭਾਵ ਕਰੀ, ਸੁਖ ਕੇ ਸਰੂਪ ਸੋਈ ਵਾਸ਼ਨਾ ਵਿਨਾਸ਼ ਹੈ। ਮੁਖ ਤਿਨਹੂ ਕੇ ਹੋਏ ਉਜਲ ਜਹਾਨ ਮਹਿ, कितने ही दुनिया की बंद से खलास है। सतगुरु नानक के जाप को विचार कर, शीस को चुकाए मेरी नमो सुख रास है। शीस को चुकाए मेरी नमो सुख रास है। श्री गुरमुख प्रकाश पन्ना नंबर 629 ते 423 अध्याय 40। सुन के महापुरख बड़े प्रसन्न होए ते क्या, ਵਾਹਿਗੁਰੂ ਦੀ ਪ੍ਰੇਰਨਾ ਅਨੁਸਾਰ ਅਸੀਂ ਖੁਸ਼ ਹੋ ਕੇ ਅੱਗੇ ਵਾਸਤੇ ਇਸ ਟਕਸਾਲ ਨੂੰ ਚਲਾਉਣ, ਜਥਾ ਫੇਰਨ, ਅੰਮ੍ਰਿਤ ਛਕਾ ਕੇ ਨਵੇਂ ਸਿੰਘ ਤਿਆਰ ਕਰਨ ਤੇ ਗੁਰਮਤਿ ਦੀ ਸੇਵਾ ਸੌਂਪਦੇ ਹੋਏ ਇਹਨਾਂ ਨੂੰ ਸਿਰੋਂ ਭਾਵ ਦਿੰਦੇ ਹਾਂ। ਸੰਤ ਸੁੰਦਰ ਸਿੰਘ ਜੀ ਖਾਲਸਾ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਸਾਰੇ ਅਰਥਾਂ ਸਮੇਤ ਬੋਪਾ ਰਾਏ ਵਿਖੇ ਭਰੇ ਦੀਵਾਨ ਵਿੱਚ ਸਰਵਣ ਕੀਤੀ। ਹਰ ਰੋਜ਼ ਦੋਵੇਂ ਸਮੇਂ 5 ਘੰਟੇ ਸਵੇਰੇ ਤੇ 3 ਘੰਟੇ ਸ਼ਾਮ ਨੂੰ 18 ਪੱਤਰਿਆਂ ਦੀ ਕਥਾ ਕਰਦੇ। ਮਹਾਂਪੁਰਖਾਂ ਨੇ ਸਾਰੀ ਗੁਰਬਾਣੀ ਦੇ ਅਰਥ ਕੋਲ ਬੈਠ ਕੇ ਸੁਣੇ ਅਤੇ ਪ੍ਰਸੰਨ ਹੋ ਕੇ ਭੋਗ ਵਾਲੇ ਦਿਨ ਇਹਨਾਂ ਨੂੰ ਦੀਵਾਨ ਵਿੱਚ ਸਿਰੋਂ ਪਾਉ ਦੇ ਕੇ ਸਨਮਾਨਿਆ। ਜੋ ਕਿ ਗੁਰਮੁਖ ਪ੍ਰਕਾਸ਼ ਦੇ ਪੰਨਾ 918 ਤੇ 620 ਅਧਿਆਏ 51 ਵਿੱਚ ਇਸ ਤਰ੍ਹਾਂ ਵਰਣਨ ਹੈ। ਦੋਹਰਾ ਸਿਮਰਨ ਕੀ ਲਿਵ ਲਾਏ ਕੇ, ਭਗਤ ਦੀਨ ਸਿਰੋਂ ਪਾਓ, ਸੇਵਾ ਆਪਣੀ ਸੌਂਪ ਕੇ ਗੁਰਬਾਣੀ ਕੋ ਪੜਾਓ। ਸਭ ਕੁਛ ਦੀਨਾ ਤੋਹੇ ਕੋ, ਸਿਮਰੀ ਸਦਾ ਅਕਾਲ, 10 ਗੁਰ ਗੁਰੂ ਗ੍ਰੰਥ ਜੀ ਏਕੋ ਜੋਤ ਨਿਹਾਲ। ਸੰਗਤ में मिल के रही
ਹਉਮੈ ਕਰੀ ਨ ਮੂਲ, ਗੁਰ ਅਕਾਲ ਕੇ ਦਰਸ ਹੋਏ, ਪ੍ਰੇਮ ਰੰਗ ਚਾਲੂਲ। ਬ੍ਰਹਮ ਗਿਆਨੀ ਸੰਤ ਸੁੰਦਰ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਖੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਇਹ ਬਚਨ ਕਹੇ। ਸਾਡੇ ਪਾਸੋਂ ਭਾਵੇਂ ਬੇਅੰਤ ਗੁਰਮੁਖ ਪੜ੍ਹੇ, ਕਈ ਪੜ੍ਹ ਕੇ ਭੁੱਲ ਗਏ, ਕਈ ਨੌਕਰੀਆਂ ਜਾ ਲੱਗੇ, ਕਈ ਗ੍ਰਸਤ ਵਿੱਚ ਜਾ ਫਸੇ, ਪਰ ਜੋ ਅੱਖਰ ਅਸੀਂ ਸੱਚਖੰਡ ਵਾਸੀ ਸੰਤ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਪਾਸੋਂ ਪੜ੍ਹੇ ਸਨ, ਉਹਨਾਂ ਅੱਖਰਾਂ ਨੂੰ ਇਹਨਾਂ ਨੇ ਸਫਲ ਕੀਤਾ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ, ਅੱਜ ਇੱਥੇ ਹੀ ਰੋਕਦੇ ਹਾਂ, ਕੱਲ ਮੋੜ ਫਿਰ ਸ਼ੁਰੂ ਕਰਾਂਗੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਕੇ ਵਿਆਪਾਰ